भाईचारा जिंदाबाद, हरियाणा पंजाब किसान भाईचारा जिंदाबाद, मोदी सरकार मुर्दाबाद, मोदी सरकार मुर्दाबाद, किसान एकता जिंदाबाद। ਸਤਿ ਸ਼੍ਰੀ ਅਕਾਲ ਦੋਸਤੋ, ਜਿਵੇਂ ਕਿ ਕਿਸਾਨੀ ਸੰਘਰਸ਼ ਹੈਗਾ ਜਿਹੜਾ ਉਹਦੇ ਤੇ ਅੱਡ-ਅੱਡ ਪੜਾਅ ਹੈ ਕਿਸਾਨੀ ਸੰਘਰਸ਼ ਦੇ। ਪਹਿਲਾਂ ਪੰਜਾਬ ਦੇ ਵਿੱਚ ਜਿਵੇਂ ਪੈਟਰੋਲ ਪੰਪ ਮਾਲ ਰਿਲਾਇੰਸ ਦੇ ਬੰਦ ਕੀਤੇ ਗਏ, ਟੋਲ ਪਲਾਜ਼ੇ ਬੰਦ ਕੀਤੇ ਗਏ, ਉਵੇਂ ਹੀ ਹੁਣ ਹਰਿਆਣੇ ਦੇ ਵਿੱਚ ਇਹ ਨਵੀਂ ਚੀਜ਼ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ। ਹਰਿਆਣੇ ਦੇ ਵੀਰ, ਹਰਿਆਣੇ ਦੇ ਕਿਸਾਨ ਵੀਰ ਜਿਨ੍ਹਾਂ ਨੇ ਆ ਟ੍ਰੈਂਡਸ ਦਾ ਜਿਹੜਾ ਮਾਲ ਹੈ ਇਹ ਇਹਨਾਂ ਨੇ ਬੰਦ ਕੀਤਾ ਹੋਇਆ। ਇਹ ਕੱਲ੍ਹ ਤੋਂ ਇਹਨਾਂ ਨੇ ਲਗਾਤਾਰ ਬੰਦ ਹੈ ਤੇ ਇਹ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਇਹ ਮਾਲ ਹੈ ਇਹ ਅੱਗੇ ਵੀ ਇਦਾਂ ਹੀ ਬੰਦ ਰਹੂਗਾ। ਇਸ ਦੇ ਨਾਲ ਹੀ ਜਿਹੜਾ ਡੱਬ ਵਾਲੀ ਦਾ ਈਜ਼ੀ ਡੇ ਹੈ ਉਹ ਵੀ ਇਹਨਾਂ ਨੇ ਬੰਦ ਕਰਵਾ ਦਿੱਤਾ ਹੈ ਤੇ ਜਿਹੜਾ ਟੋਲ ਪਲਾਜ਼ਾ ਹੈ ਉਹਨੂੰ ਵੀ ਪਰਚੀ ਫ੍ਰੀ ਕਰਾਉਣ ਦਾ ਇਹਨਾਂ ਦਾ ਜਿਹੜਾ ਯਤਨ ਹੈ ਉਹ ਲਗਾਤਾਰ ਚੱਲ ਰਿਹਾ। ਸੋ ਇਹ ਜਿਹੜੇ ਵੀਰ ਨੇ, ਜਿਹੜੇ ਇੱਥੋਂ ਦੇ ਮੌਜੂਦਾ ਲੋਕ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜਾ ਇਹਨਾਂ ਨੇ ਇਹ ਮਾਲ ਬੰਦ ਕਰਾਇਆ ਹੈ ਇਹਨਾਂ ਦਾ ਜਿਹੜਾ ਸੰਘਰਸ਼ ਹੈ ਇਹ ਕਿੱਦਾਂ ਦਾ ਰਿਹਾ। ਦੋਸਤੋ, ਜੋ ਸਾਡੇ ਨਾਲ ਇੱਕ ਕਿਸਾਨ ਵੀਰ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜਾ ਇਹਨਾਂ ਨੇ ਆ ਮਾਲ ਬੰਦ ਕਰਵਾਇਆ ਇਹਨਾਂ ਦੇ ਪਿੱਛੇ ਕੀ ਸੰਘਰਸ਼ ਰਿਹਾ। ਸੋ ਸਾਡੇ ਨਾਲ ਵੀਰ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਬਾਈ ਜੀ ਸਵਾਗਤ ਹੈ ਤੁਹਾਡਾ ਸਾਡੇ ਟੀਵੀ USA। ਧੰਨਵਾਦ ਜੀ, ਬਹੁਤ ਬਹੁਤ ਤੁਸੀਂ ਇੱਥੇ ਆ ਕੇ ਸਾਨੂੰ ਕਵਰ ਕਰ ਰਹੇ ਹੋ ਤੇ ਸਾਡੇ ਸਾਰੇ ਜਥੇਬੰਦੀ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ। ਬਾਈ ਜੀ ਕੀ ਨਾਮ ਹੈ ਤੁਹਾਡਾ, ਕਿੱਥੋਂ ਦੇ ਰਹਿਣ ਵਾਲੇ ਹੋ, ਥੋੜ੍ਹਾ ਜਿਹਾ ਇਸ ਬਾਰੇ ਚਾਨਣਾ ਪਾ ਦਿਓ। ਜੀ ਮੇਰਾ ਨਾਮ ਪ੍ਰਗਟ ਸਿੰਘ ਹੈ ਤੇ ਇੱਥੋਂ ਡੱਬਵਾਲੀ ਤੋਂ ਹੀ ਬਿਲੋਂਗ ਕਰਦੇ ਹਾਂ। ਅੱਛਾ ਬਾਈ ਜੀ, ਜਿਹੜਾ ਟ੍ਰੈਂਡਸ ਮਾਲ ਤੁਸੀਂ ਬੰਦ ਕਰਵਾਇਆ ਹੈ ਇਹ ਕਦੋਂ ਕਰਵਾਇਆ ਹੈ ਤੇ ਇਹਦੇ ਪਿੱਛੇ ਦਾ ਕੀ ਸੰਘਰਸ਼ ਹੈ, ਥੋੜ੍ਹਾ ਜਿਹਾ ਉਹਦੇ ਬਾਰੇ। ਦੇਖੋ ਜੀ, ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਆਪਣੇ ਜਿਹੜੇ ਪੂੰਜੀਪਤੀ ਹੈ, ਮੇਨ ਗੱਲ ਇਹੀ ਹੈ ਵੀ ਪੂੰਜੀਪਤੀਆਂ ਨੇ ਸਾਰਾ ਹੁਣ ਜਿਹੜਾ ਇਹ ਜਿਹੜੇ ਬਿੱਲ ਬਣੇ ਨੇ ਪੂੰਜੀਪਤੀਆਂ ਦੇ ਹੱਕ 'ਚ ਬਣੇ ਨੇ ਤੇ ਉਹ ਹੱਕ ਵਿੱਚ ਬਣੇ ਨੇ ਤੇ ਫਿਰ ਸਰਕਾਰ ਜਿਹੜੀ ਹੈਗੀ ਉਹਨਾਂ ਦੇ ਨਾਲ ਖੜੀ ਹੈ ਤੇ ਪੂੰਜੀਪਤੀ ਸਰਕਾਰ ਇੱਕੋ ਹੀ ਗੱਲ ਹੈ। ਤੇ ਹੁਣ ਜੇ ਸਾਡੇ ਖਿਲਾਫ ਜੇ ਕੋਈ ਬਿੱਲ ਬਣਿਆ ਤੇ ਅਸੀਂ ਉਹਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਹਾਂ ਤੇ ਸਾਡਾ ਵੀ ਫਰਜ਼ ਬਣਦਾ ਕਿ ਸਰਕਾਰ ਦਾ ਵਿਰੋਧ ਨਾ ਕੀਤਾ ਜਾਵੇ, ਪੂੰਜੀਪਤੀਆਂ ਦਾ ਵੀ ਕੀਤਾ ਜਾਵੇ। ਤਾਂ ਪੂੰਜੀਪਤੀਆਂ ਦੇ ਜਿੱਥੇ ਵੀ ਜਿਹੜੇ ਵੀ ਮਾਲ ਹੈ, ਟੋਲ ਪਲਾਜ਼ੇ ਨੇ ਜਾਂ ਜਿਹੜੀਆਂ ਵੀ ਥਾਵਾਂ ਨੇ ਜਿੱਥੋਂ ਪੂੰਜੀਪਤੀ ਜਿਹੜੇ ਹੈਗੇ ਆ ਆਪਣੇ 'ਤੇ ਹਾਵੀ ਹੋ ਰਹੇ ਨੇ, ਠੀਕ ਹੈ, ਆਪਾਂ ਨੂੰ ਕਿਸੇ ਨਾ ਕਿਸੇ ਪੱਖੋਂ ਖਾ ਰਹੇ ਨੇ ਤੇ ਤਾਂ ਕਰਕੇ ਹੀ ਸੋਚਿਆ ਵੀ ਕਿਉਂ ਨਾ ਜੇ ਪੰਜਾਬ ਦੀ ਤਰਜ਼ ਦੇ ਉੱਪਰ, ਪੰਜਾਬ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਕਿ 2 ਮਹੀਨੇ ਹੋ ਗਏ ਨੇ, 2 ਦੇ 3 ਮਹੀਨੇ ਹੋ ਗਏ ਨੇ, ਉੱਥੇ ਜਿਹੜਾ ਹੈਗਾ ਹਜੇ ਵੀ ਘਰਾਓ ਚੱਲ ਰਿਹਾ। ਜੀਓ ਕੇਅਰ ਹੋ ਗਏ ਜਾਂ ਜਿਹੜੇ ਵੀ ਅੰਬਾਨੀ ਅਡਾਨੀ ਦੇ ਜਿਹੜੇ ਮਾਲ ਵਗੈਰਾ ਜਾਂ ਪ੍ਰੋਡਕਟ ਹੈਗੇ ਨੇ ਹਰਿਆਣੇ ਦੇ ਵਿੱਚ ਹੁਣ ਇਹ ਹੈ ਜੀ, ਕਿਉਂਕਿ ਹੁਣ ਜਿਹੜਾ ਆਪਾਂ ਸੰਘਰਸ਼ ਹੈ ਉਹ ਤੇਜ਼ ਕਰ ਰਹੇ ਹਾਂ ਹੋਰ ਦਿਨੋਂ ਦਿਨ, ਕਿਉਂਕਿ ਸਰਕਾਰ ਦੀਆਂ ਜਿਹੜੀਆਂ ਜਿਹੜੇ ਉਹਨਾਂ ਦੇ ਰਿਪਲਾਈ ਹੈ ਸਰਕਾਰ ਦੇ ਉਹ ਕੋਈ ਠੀਕ ਲੱਗ ਨਹੀਂ ਰਹੇਗੇ। ਉਹ ਜਿਵੇਂ ਆਪਾਂ ਕਹਿੰਦੇ ਹਾਂ ਵੀ ਸਾਡਾ ਕੋਈ ਹੱਲ ਕੀਤਾ ਜਾਵੇ ਤਾਂ ਉਹ ਜਿਹੜੇ ਵੀ ਲੈਟਰ ਹਜੇ ਤੱਕ ਆ ਰਹੇ ਨੇ ਉਹ ਆਪਾਂ ਨੂੰ ਸਮਝਾਉਣ ਦੀ ਗੱਲ ਕਰ ਰਹੇ ਹੈ। ਹਾਲਾਂਕਿ ਉਹਨਾਂ ਨੂੰ ਜਿਹੜੀ ਅੱਗ ਲੱਗੀ ਹੋਈ ਹੈ ਉਹ ਇਸ ਕਰਕੇ ਲੱਗੀ ਹੋਈ ਹੈ ਕਿਉਂਕਿ ਵੀ ਬਿੱਲ ਆਪਾਂ ਨੂੰ ਸਮਝ ਆ ਚੁੱਕੇ ਹੈ। ਜਿਹੜੀ ਮੇਨ ਗੱਲ ਹੈ ਵੀ ਸਮਝ ਸਾਨੂੰ ਆ ਗਏ ਤਾਂ ਉਹ ਔਖੇ ਹੈ ਤੇ ਉਹ ਆਪਾਂ ਨੂੰ ਆਪਦੇ ਤਰੀਕੇ ਨਾਲ ਸਮਝਾਉਣਾ ਚਾਹੁੰਦੇ ਆ, ਪਰ ਆਪਾਂ ਕੀ ਸਮਝਣਾ ਜਦੋਂ ਆਪਾਂ ਨੂੰ ਪੂਰਾ ਸਮਝ ਹੈਗੀ ਹੈ ਬਿੱਲ ਦੀ। ਸਾਡੇ ਨਾਲ ਗੱਲ ਕਰਨ ਬੈਠ ਕੇ ਹਰੇ ਇਕੱਲੇ ਪੁਆਇੰਟ ਦੀ, ਇਕੱਲੇ ਬਿੱਲ ਦੀ ਗੱਲ ਕਰਨ, ਅਸੀਂ ਤੁਹਾਨੂੰ ਦੱਸਦੇ ਹਾਂ। ਤਾਂ ਕਰਕੇ ਫਿਰ ਉਸ ਤਰਜ਼ ਦੇ ਉੱਪਰ ਅਸੀਂ ਸੋਚਿਆ ਵੀ ਪੂੰਜੀਪਤੀ ਜਿਹੜੇ ਹੈਗੇ ਆ ਉਹਨਾਂ ਨੂੰ ਥੋੜ੍ਹਾ ਜਿਹਾ ਕਿ ਆਰਥਿਕ ਵੱਲੋਂ ਘਾਟਾ ਪਾਇਆ ਜਾਵੇ। ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਆਪਣਾ ਅਡਾਨੀ ਸੀਗਾ, ਠੀਕ ਹੈ, ਅੰਬਾਨੀ ਸੀਗਾ, ਇਹ ਟੌਪ ਦੇ ਉੱਪਰ ਸੀਗੇ, ਜਿਹੜੇ ਆਪਣੇ ਰਿਚੈਸਟ ਜਿਹੜੇ ਪੀਪਲ ਹੈਗੇ ਆ ਉਹ 'ਚ ਸਾਰਿਆਂ ਟੌਪ 'ਤੇ ਸੀ, ਟੌਪ 10 ਦੇ ਵਿੱਚ ਸੀ, ਹੁਣ ਟੌਪ 10 ਤੋਂ ਬਾਹਰ ਹੋ ਗਏ ਨੇ। ਤਾਂ ਇਹ ਕਿਵੇਂ ਨਾ ਕਿਵੇਂ ਚਾਹੇ ਆਪਾਂ ਥੋੜ੍ਹਾ ਪ੍ਰਦਰਸ਼ਨ ਕਿਤੇ ਨਾ ਕਿਤੇ ਕਰ ਰਹੇ ਹਾਂ, ਇਹਦਾ ਪ੍ਰਭਾਵ ਜਿਹੜਾ ਹੈਗਾ ਦੇਖਣ ਨੂੰ ਮਿਲੂਗਾ। ਜਦੋਂ ਪ੍ਰੈਸ਼ਰ ਆਪਾਂ ਪੂੰਜੀਪਤੀਆਂ 'ਤੇ ਬਣਾਵਾਂਗੇ ਤਾਂ ਫਿਰ ਉਹ ਆਪੇ ਉਹਦਾ ਪੈਰ ਜਿਹੜਾ ਹੈਗਾ ਆਪੇ ਜਿਹੜਾ ਉਹਨਾਂ ਨੇ ਗੁਲਾਮਾ ਫੜਿਆ ਹੋਇਆ ਸਰਕਾਰ ਦਾ ਉਹਨੂੰ ਵੀ ਥੋੜ੍ਹਾ ਹੌਲਾ ਕਰਨਗੇ, ਫਿਰ ਸਰਕਾਰ ਆਪਣੀ ਗੱਲ ਆਟੋਮੈਟਿਕਲੀ ਸੁਣੂਗੀ। ਤਾਂ ਕਰਕੇ ਆਪਾਂ ਜਿਹੜਾ ਹੈਗਾ ਘਰਾਓ ਥਾਂ 'ਤੇ ਆਪਾਂ ਇਹ ਕਰਨਾ ਸ਼ੁਰੂ ਕੀਤਾ। ਬੇਸਿਕਲੀ ਟ੍ਰੈਂਡ ਦੀ ਅਸੀਂ ਗੱਲ ਕਰ ਰਹੇ ਸੀ। ਟ੍ਰੈਂਡ ਆਪਾਂ ਕੱਲ੍ਹ ਤੋਂ ਜਿਹੜਾ ਹੈਗਾ ਇਹ ਇੱਥੇ ਇਹਦੇ ਮੂਹਰੇ ਧਰਨਾ ਜਿਹੜਾ ਹੈਗਾ ਕੱਲ੍ਹ ਤੋਂ ਲਗਾਇਆ, ਕੱਲ੍ਹ ਤੋਂ ਲਾਉਣਾ ਸ਼ੁਰੂ ਕਰਿਆ। ਜਿਵੇਂ ਕਿ ਸਾਡੀ ਜਥੇਬੰਦੀਆਂ ਨੇ ਡਿਸੀਜਨ ਲਿਆ ਸੀ ਵੀ ਆਪਾਂ ਡੱਬਵਾਲੀ ਦੇ ਵਿੱਚ ਜਿਹੜਾ ਹੈਗਾ ਇਹਨੂੰ ਬੰਦ ਕਰਾਈਏ। ਇਹ ਟ੍ਰੈਂਡਸ ਹੋ ਗਿਆ, ਈਜ਼ੀ ਡੇ ਹੋ ਗਿਆ ਤੇ ਇੱਕ ਅੱਗੇ ਜਿਹੜੇ ਜੀਓ ਸਟੋਰ ਹੈਗਾ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਹਜੇ ਤੱਕ ਬੰਦ ਕਰਵਾਇਆ ਹੈਗਾ। ਵੀ ਅਸੀਂ ਬੰਦ ਅਸੀਂ ਕਰਵਾਉਣ ਦੀ ਗੱਲ ਵੈਸੇ ਕਰਦੇ ਵੀ ਨਹੀਂ, ਵੇਖੋ ਆਪਣੇ ਬੰਦੇ ਨੇ ਸਾਰੇ ਜਿਹੜੇ ਅੰਦਰ ਲੱਗੇ ਹੋਏ ਨੇ, ਉਹ ਆਪ ਹੀ ਮਤਲਬ ਇਹਨੂੰ ਬੰਦ ਕਰਨ ਵਿੱਚ ਸਾਡਾ ਵੀ ਸਹਿਯੋਗ ਦਿੰਦੇ ਨੇ। ਅਸੀਂ ਸਿਰਫ ਧਰਨਾ ਕਰਨਾ, ਅਸੀਂ ਲੋਕਾਂ ਨੂੰ ਅਵੇਅਰ ਕਰਨਾ ਵੀ ਇਹ ਜਿਹੜੇ ਹੈਗੇ ਇਹ ਲੁਟੇਰੇ ਨੇ। ਅਸੀਂ ਸਿਰਫ ਇੱਥੇ ਆ ਕੇ ਰੋਸ ਜ਼ਾਹਰ ਕਰ ਰਹੇ ਹਾਂ। ਬਾਕੀ ਬੰਦ ਕਰਨ ਵਾਲਾ ਕੰਮ ਦੇਖੋ ਜੀ ਉਹ ਤਾਂ ਆਮ ਹੀ ਪਬਲਿਕ ਵੀ ਇਹਨਾਂ ਨੂੰ ਦਾ ਬਹਿਸ਼ਕਾਰ ਕਰ ਰਹੀ ਹੈ, ਇਹਨਾਂ ਕੋਲ ਨਹੀਂ ਜਾ ਰਹੀ ਤੇ ਆਪ ਵੀ ਬਹੁਤ ਸਪੋਰਟਿਵ ਨੇ। ਆਪਾਂ ਕਹੀਏ ਵੀ ਸਾਰੇ ਆਪਣੇ ਭੈਣ ਭਾਈ ਨੇ ਜਿਹਦੇ ਅੰਦਰ ਕੰਮ ਕਰ ਰਹੇ ਨੇ। ਤਾਂ ਕਰਕੇ ਇਹ ਆਪਾਂ ਜਿਹੜਾ ਹੈਗਾ ਵਿਰੋਧ ਜਿਹੜਾ ਹੈਗਾ ਕੱਲ੍ਹ ਤੋਂ
ਡੱਬ ਜੋ ਸ਼ੁਰੂ ਕੀਤਾ ਹੈ। ਜਿਵੇਂ ਕਿ ਅਗਲੀ ਤਰੀਕ ਮਿੱਥੀ ਗਈ ਆ 4 ਜਿਹੜੀ ਜਨਵਰੀ ਮੀਟਿੰਗ ਦੀ, ਤਾਂ ਇਹ ਸੋਚਿਆ ਵੀ ਅਸੀਂ ਵੀ 4 ਜਨਵਰੀ ਤੱਕ ਤਾਂ ਇਹ ਜਿਹੜਾ ਹੈਗਾ ਆਪਣਾ ਰੋਸ ਇਦਾਂ ਹੀ ਜਾਰੀ ਰਹੂਗਾ। ਬਾਕੀ ਅੱਗੇ ਦੀ ਜਿਹੜੀ ਵਿਉਂਤਬੰਦੀ ਹੋਊਗੀ ਉਹ ਆਪਾਂ ਉਸ ਤਰ੍ਹਾਂ ਕਰ ਲਾਂਗੇ। ਬਾਈ ਜੀ ਕੀ ਨਾਮ ਹੈ ਤੁਹਾਡਾ, ਕਿੱਥੋਂ ਦੇ ਰਹਿਣ ਵਾਲੇ ਹੋ? ਮੇਰਾ ਨਾਮ ਜੀ ਪਵਨ ਨੇਰਾ, ਪਿੰਡ ਅਬੂਬਸ਼ਹਿਰ ਹੈ ਜੀ। ਬਾਈ ਜੀ ਜਿਹੜਾ ਟ੍ਰੈਂਡਸ ਤੁਸੀਂ ਬੰਦ ਕਰਵਾਇਆ, ਈਜ਼ੀ ਡੇ ਬੰਦ ਕਰਵਾਇਆ, ਇਹਦੇ ਪਿੱਛੇ ਜਿਹੜਾ ਸੰਘਰਸ਼ ਹੈ ਉਹ ਹਰਿਆਣੇ ਦੇ ਕਿਸਾਨ ਦਾ ਬਹੁਤ ਜ਼ਿਆਦਾ ਹੈ, ਕਿਉਂਕਿ ਕਿਸਾਨ ਜਿਹੜੇ ਪੰਜਾਬ ਦੇ ਨੇ ਉਹਨਾਂ ਨੇ ਜਦੋਂ ਮੌਲ ਬੰਦ ਕਰਵਾਏ, ਉਹਨਾਂ ਨੇ ਜਦੋਂ ਪੈਟਰੋਲ ਪੰਪ ਬੰਦ ਕਰਵਾਏ, ਤਾਂ ਉਹ ਕਿਤੇ ਨਾ ਕਿਤੇ ਸਰਕਾਰ ਵੀ ਸਾਥ ਦੇ ਰਹੀ ਸੀ। ਇੱਥੇ ਸਰਕਾਰ ਵੀ ਐਂਟੀ ਹੈ, ਤੇ ਕਿਵੇਂ ਦੇਖਦੇ ਹੋ ਇਹਨੂੰ? ਕਿੰਨਾ ਕੁ ਤੁਹਾਡਾ ਮਤਲਬ ਜਿਹੜਾ ਸੰਘਰਸ਼ ਸੀਗਾ ਉਹਦੇ ਪਿੱਛੇ ਤੁਹਾਨੂੰ ਲੜਨਾ ਪਿਆ ਜਿਹੜੇ ਇਹ ਤੁਸੀਂ ਆ ਬੰਦ ਕਰਵਾਏ? ਜਿੱਥੋਂ ਤਾਈਂ ਗੱਲ ਪੰਜਾਬ ਦੀ ਹੈ ਵੀਰ ਜੀ, ਪੰਜਾਬ ਸਾਡਾ ਵੱਡਾ ਭਰਾ ਹੈਗਾ, ਉਹਨੇ ਸਾਡਾ ਬਹੁਤ ਸਾਥ ਦਿੱਤਾ ਹੈਗਾ। ਉਹਨਾਂ ਨੇ ਹੀ ਆ ਕੰਮ ਸਭ ਤੋਂ ਪਹਿਲਾਂ ਸਟਾਰਟ ਕੀਤੇ ਹੈ, ਉਹਨਾਂ ਦੇ ਕਹਿਣ ਤੇ ਹੀ ਅਸੀਂ ਆ ਕੰਮ ਕਰੀ ਜਾਂਦੇ ਆ। ਅਸੀਂ ਸਾਰੇ ਮਿਲ ਕੇ ਚੱਲ ਰਹੇ ਹਾਂ ਪੰਜਾਬ ਤੇ ਇੱਥੋਂ ਦੇ ਕਿਸਾਨ। ਰਹੀ ਗੱਲ ਸਰਕਾਰ ਦੀ, ਕਿਸਾਨਾਂ ਦਾ ਸਾਥ ਸਰਕਾਰ ਨੂੰ ਦੇਣਾ ਪਊਗਾ। ਤੇ ਸਭ ਤੋਂ ਵੱਡੀ ਗਲਤੀ ਇਹਨਾਂ ਨੇ ਆ 3 ਕਾਨੂੰਨ ਲਿਆ ਕੇ ਕੀਤੀ ਹੈ, ਜੋ ਕਿ ਅਸੀਂ ਸਾਰੇ ਕਿਸਾਨੀ ਦੇ ਬਰਖਲਾਫ ਕਰ ਰਹੇ ਹਾਂ। ਤੇ ਇਹਨਾਂ ਨੇ ਜਿਵੇਂ ਆ ਕਿ ਟ੍ਰੈਂਡ ਮੋਲ ਖੋਲ੍ਹ ਰੱਖਿਆ, ਈਜੀਡੇ ਨੂੰ ਵੀ ਥੋੜਾ ਦਿਨ ਪਹਿਲਾਂ ਇਹਨਾਂ ਨੇ ਆਪਦੇ ਅੰਡਰ 'ਚ ਲੈ ਲਿਆ, ਖਰੀਦ ਲਿਆ। ਤੇ ਅਸੀਂ ਸੋਚਦੇ ਹਾਂ ਵੀ ਇਹਨਾਂ ਨੂੰ ਬੰਦ ਕਰਾ ਕੇ ਇਹਨਾਂ ਨੂੰ ਆਰਥਿਕ ਕਮਜ਼ੋਰ ਕੀਤਾ ਜਾ ਸਕਦਾ ਹੈ। ਆ ਸਾਡੀ ਛੋਟੀ ਜਿਹੀ ਇੱਕ ਪਹਿਲ ਹੈਗੀ ਹੈ ਵੀ ਇਹਨਾਂ ਦੇ ਜਿਹੜੇ ਮੋਲ ਹੈਗੇ ਇਹਦੇ ਵਿੱਚ ਆਪਾਂ ਜਾਣਾ ਨਹੀਂਗਾ, ਨਾ ਆਪਾਂ ਸ਼ੋਪਿੰਗ ਕਰਨੀ। ਜਿਹੜੀ ਜੀਓ ਦੀਆਂ ਸਿੰਮਾਂ ਅਸੀਂ ਵੀ ਬੰਦ ਕਰਤੀਆਂ, ਤੇ ਆਮ ਲੋਕ ਜਿਹੜੇ ਘਰੇ ਬੈਠੇ ਆ ਅਸੀਂ ਉਹਨਾਂ ਨੂੰ ਅਪੀਲ ਕਰ ਰਹੇ ਹਾਂ ਵੀ ਤੁਸੀਂ ਆ ਨਹੀਂ ਸਕਦੇ, ਮੰਨਣਾ ਵੀ ਤੁਹਾਡੇ ਕੋਲ ਟਾਈਮ ਹੈ ਨਹੀਂਗਾ, ਤੇ ਘਰੇ ਬਹਿ ਕੇ ਵੀ ਤੁਸੀਂ ਸਾਡਾ ਸਹਿਯੋਗ ਕਰ ਸਕਦੇ ਹੋ। ਸਿੰਮਾਂ ਪੋਰਟ ਕਰਾਓ ਇਹਨਾਂ ਦਾ, ਜਿਹੜਾ ਬਾਬਾ ਰਾਮਦੇਵ ਜਾਂ ਕੋਈ ਵੀ ਪਤੰਜਲੀ ਹੈ, ਈਜੀ ਡੇ ਹੈ, ਟ੍ਰੈਂਡਸ ਹੋ ਗਿਆ, ਜੀਓ ਹੋ ਗਿਆ, ਇਹਨਾਂ ਦਾ ਬਾਈਕਾਟ ਕਰੋ। ਕੋਈ ਵੀ ਆਪਾਂ ਸਮਾਨ ਨਹੀਂ ਲੈਣਾ। ਜਦੋਂ ਨਹੀਂ ਲਵਾਂਗੇ ਹੋ ਸਕਦਾ ਇਹਨਾਂ ਦੇ ਦਿਮਾਗ 'ਚ ਕੋਈ ਗੱਲ ਆਵੇ ਆਪਣੇ ਵਾਸਤੇ। ਬਾਈ ਜੀ ਤੁਸੀਂ ਬਾਬਾ ਰਾਮਦੇਵ ਦੀ ਗੱਲ ਕੀਤੀ, ਮੈਂ ਸਮਝਦਾ ਆਪ ਪੂੰਜੀਪਤੀਆਂ ਨਾਲੋਂ ਬਾਈਕਾਟ ਬਾਬੇ ਰਾਮਦੇਵ ਦਾ ਪਹਿਲਾਂ ਹੋਣਾ ਚਾਹੀਦਾ, ਕਿਉਂਕਿ ਇਹ ਤਾਂ ਮਤਲਬ ਬਹੁਤ ਸਾਲਾਂ ਤੋਂ ਪੂੰਜੀਪਤੀ ਨੇ। ਉਹ ਤਾਂ ਬਹੁਤ ਛੋਟੇ ਲੈਵਲ ਤੋਂ ਉੱਠ ਕੇ ਬੀਜੇਪੀ ਦੀ ਸਰਕਾਰ ਦੇ ਵਿੱਚ ਹੀ ਬਹੁਤ ਧਨਾਟ ਬਣਿਆ ਹੈ। ਕਿਵੇਂ ਵੇਖਦੇ ਹੋ ਇਹਨੂੰ? ਬੀਜੇਪੀ ਦਾ ਕਿੰਨਾ ਕੁ ਯੋਗਦਾਨ ਹੈ ਇਹਨੂੰ ਧਨਾਟ ਬਣਾਉਣ ਦੇ? ਬਾਬਾ ਰਾਮਦੇਵ ਦੀ ਬਹੁਤ ਵੱਡੀ ਚਾਲ ਸੀ ਜੀ ਬਾਈ ਜੀ, ਵੀ ਆਪਾਂ ਨੂੰ ਉਹ ਸ਼ੁੱਧਤਾ ਇੱਕ ਮਾਰਕੀਟ 'ਚ ਕਹਿੰਦੇ ਨਾ ਵੀ ਸ਼ੁੱਧ ਚੀਜ਼, ਉਹ ਲੋਗੋ ਲਾ ਕੇ ਤੇ ਉਹਨੇ ਆਪਦਾ ਵਿਸ਼ਵਾਸ ਜਿੱਤਿਆ। ਉਧਰੋਂ ਉਹਦੇ ਨਾਲ ਬੀਜੇਪੀ ਸਰਕਾਰ ਸੀਗੀ, ਉਹਨੇ ਆਪਦਾ ਕੀ ਕੀਤਾ ਵੀ ਅਸੀਂ ਸ਼ੁੱਧਤਾ ਦਿੰਦੇ ਆ ਲੋਕਾਂ ਨੂੰ। ਪਹਿਲੇ ਬਹੁਤ ਘੱਟ ਰੇਟ 'ਚ ਚੀਜ਼ਾਂ ਉਪਲਬਧ ਕਰਾਈਆਂ। ਐਵੇਂ ਹੀ ਜੀਓ ਨੇ ਕੀਤਾ, ਪਹਿਲਾਂ ਸਿੰਮਾਂ ਲਿਆਈਆਂ ਬਿਲਕੁਲ ਫ੍ਰੀ ਦਿੱਤੀਆਂ। ਪਹਿਲਾਂ 99 ਦਾ ਰਿਚਾਰਜ ਸੀ, ਫਿਰ 200 ਦਾ ਹੋ ਗਿਆ। ਇਵੇਂ ਕਰਦੇ ਕਰਦੇ ਇਹਨਾਂ ਨੇ ਬਹੁਤ ਵੱਡੀ ਰਕਮ ਲੈਣੀ ਚਾਲੂ ਕਰਤੀ। 600 ਦੇ ਰਿਚਾਰਜ ਹੋ ਰਹੇ ਨੇ 3 ਮਹੀਨਿਆਂ ਦੇ। ਇਵੇਂ ਹੀ ਬਾਬਾ ਰਾਮਦੇਵ ਦੇ ਪ੍ਰੋਡਕਟ ਨੇ ਪਹਿਲਾਂ ਬਹੁਤ ਸਸਤੇ ਮਤਲਬ ਰੇਟਾਂ ਤੇ ਅਵੇਲੇਬਲ ਕਰਾਏ ਉਹਨੇ, ਹੁਣ ਮਤਲਬ ਲੁੱਟ ਮਚਾ ਰੱਖੀ ਹੈ ਪੂਰੀ ਉਹਨੇ, ਬਾਬਾ ਰਾਮਦੇਵ ਨੇ ਵੀ। ਤੇ ਬੀਜੇਪੀ ਸਰਕਾਰ ਦਾ ਪੂਰਾ ਹੱਥ ਹੈਗਾ ਵੀ ਕੱਲ ਨੂੰ ਹੋ ਸਕਦਾ ਇਹਨਾਂ ਦਾ ਕੋਈ ਸ਼ੇਅਰ ਵੀ ਹੋਵੇ ਉਹਦੇ ਨਾਲ, ਕੋਈ ਵੱਡੀ ਗੱਲ ਨਹੀਂ। ਹੁਣ ਆਹ ਤਾਂ ਬਹੁਤ ਵੱਡੇ ਲੈਵਲ ਦੀਆਂ ਗੱਲਾਂ, ਆਪਾਂ ਨੂੰ ਨਹੀਂ ਪਤਾ, ਤੇ ਉਹ ਤਾਂ ਕਰਕੇ ਉਹਦਾ ਵੀ ਅਸੀਂ ਬਹਿਸ਼ਕਾਰ ਕਰ ਰਹੇ ਹਾਂ, ਬਾਬਾ ਰਾਮਦੇਵ ਦਾ ਵੀ। ਭਾਈ ਜੀ ਤੁਹਾਨੂੰ ਲੱਗਦਾ ਜਿਵੇਂ ਅਸੀਂ ਪੂੰਜੀਪਤੀਆਂ ਦੇ ਜਿਵੇਂ ਟ੍ਰੈਂਡਸ ਹੈ, ਈਜ਼ੀਡੀ ਬੰਦ ਕਰਵਾਇਆ, ਜਿਹੜੀਆਂ ਲੋਕਲ ਦੁਕਾਨਾਂ ਨੇ ਬਾਬਾ ਰਾਮਦੇਵ ਦੇ ਸਮਾਨ ਦੀਆਂ, ਉਹਨਾਂ ਨੂੰ ਵੀ ਕਿਤੇ ਨਾ ਕਿਤੇ ਸਾਨੂੰ ਬੰਦ ਕਰਾਉਣਾ ਚਾਹੀਦਾ? ਉਹ ਵੀ ਸਾਡਾ ਇੱਕ ਜਿਹੜਾ ਸੰਘਰਸ਼ ਹੈ ਉਹਦੇ ਵਿੱਚ ਸ਼ਾਮਲ ਹੋਊਗਾ। ਦੇਖੋ ਜੀ ਭਾਈ ਸਾਹਿਬ, ਆਪਾਂ ਸਾਰੀ ਦੁਕਾਨਾਂ ਬੰਦ ਨਹੀਂ ਕਰਾ ਸਕਦੇ। ਸਾਰੇ ਆਪਣੇ ਭਰਾ ਹੈ, ਕਈ ਦੁਕਾਨਾਂ ਛੋਟੇ ਇਹੋ ਜਿਹੀਆਂ ਦੁਕਾਨਾਂ ਹੈਗੀਆਂ ਜਿਨ੍ਹਾਂ ਦਾ ਘਰੋਂ ਦੁਕਾਨਾਂ ਕਰਕੇ ਹੀ ਚੱਲਦਾ ਹੈਗਾ, ਠੀਕ ਹੈ ਜੀ। ਤੇ ਆਪਾਂ ਉਹਨਾਂ ਨੂੰ ਅਪੀਲ ਕਰ ਸਕਦੇ ਹਾਂ ਵੀ ਤੁਸੀਂ ਸਮਾਨ ਹੋਰ ਬਹੁਤ ਕੰਪਨੀਆਂ ਹੈਗੀਆਂ ਉਹਨਾਂ ਦਾ ਵੇਚ ਲਓ। ਜ਼ਰੂਰੀ ਨਹੀਂ ਆਪਾਂ ਬਾਬਾ ਰਾਮਦੇਵ ਦਾ ਹੀ, ਵੀ ਬੜਾ ਮਾਰਜਨ ਵੀ ਨਹੀਂਗਾ, ਛੋਟੇ ਦੁਕਾਨਦਾਰਾਂ ਨੂੰ ਬੜਾ ਮਾਰਜਨ ਨਹੀਂਗਾ ਬਾਬਾ ਰਾਮਦੇਵ ਦੇ ਪ੍ਰੋਡਕਟ 'ਚ। ਤੇ ਆਪਾਂ ਉਹਨਾਂ ਨੂੰ ਅਪੀਲ ਕਰ ਸਕਦੇ ਹਾਂ, ਤੇ ਉਹ ਵੀ ਆਪਣਾ ਇਵੇਂ ਇਸ ਤਰੀਕੇ ਨਾਲ ਸਾਥ ਦੇ ਸਕਦੇ ਆ ਵੀ ਉਹਨਾਂ ਦੇ ਜਿਹੜੇ ਪ੍ਰੋਡਕਟ ਹੈ ਉਹਨਾਂ ਨੂੰ ਨਾ ਖਰੀਦਣਗੇ ਤੇ ਆਪੇ ਵੇਚਣਾ ਬੰਦ ਕਰ ਦੇਣਗੇ। ਹਾਂ, ਜਿਹੜੇ ਪਏ ਆ ਤੁਸੀਂ ਵੇਚ ਦਿਓ। ਪਹਿਲੀ ਗੱਲ ਤਾਂ ਕਿਸਾਨਾਂ ਨੇ ਤਾਂ ਲੈਣੇ ਨਹੀਂਗੇ, ਕੋਈ ਬੀਜੇਪੀ ਦੇ ਹੀ ਬੰਦੇ ਹੋਣਗੇ ਜਿਹੜੇ ਉਹਨਾਂ ਦੇ ਪ੍ਰੋਡਕਟ ਲੈਣਗੇ। ਬਾਕੀ ਅਸੀਂ ਤਾਂ ਜਿਹੜੀ ਘਰੇ ਕੋਲਗੇਟ ਅੱਧੀ ਵੀ ਪਈ ਸੀ ਉਹ ਵੀ ਬਾਹਰ ਸਿੱਟਤੀ। ਇਸ ਤੋਂ ਵੱਡਾ ਕੀ ਹੋ ਸਕਦਾ? ਅਸੀਂ ਤਾਂ ਖੁੱਲ੍ਹ ਕੇ ਬਹਿਸ਼ਕਾਰ ਕਰਾਂਗੇ, ਚਾਹੇ ਸਾਡਾ ਕੰਮ ਨਾ ਚੱਲੇ ਇਹਦੇ ਬਗੈਰ, ਕੋਈ ਚੱਕਰ ਨਹੀਂ। ਅਸੀਂ ਘਰੇ ਬਹਿ ਕੇ ਅਸੀਂ ਕਿਸਾਨ ਹੈਗੇ ਆ, ਅਸੀਂ ਆਪਦਾ ਅੰਨ ਖਾਂਦੇ ਆ, ਆਪ ਖਾ ਲਾਂਗੇ, ਸਾਡਾ ਗੁਜ਼ਾਰਾ ਵਧੀਆ ਹੁੰਦਾ ਹੈਗਾ। ਪਰ ਅਸੀਂ ਇਹਨਾਂ ਦੀ ਕੋਈ ਚੀਜ਼ ਨਹੀਂ ਲੈਂਦੇ, ਨਾ ਰਿਲਾਇੰਸ 'ਚੋਂ ਨਾ ਬਾਬਾ ਰਾਮਦੇਵ ਤੋਂ। ਬਾਈ ਜੀ ਜਿਹੜੀ ਸਰਕਾਰ ਨੇ 2 ਬਿੱਲ ਵਾਪਸ ਕਰਨ ਦਾ ਜਿਹੜਾ ਆਸ਼ਵਾਸਨ ਹੈ ਉਹ ਦੇ ਦਿੱਤਾ ਕਿਸਾਨਾਂ ਨੂੰ, ਇੱਕ ਪਰਾਲੀ ਵਾਲਾ ਤੇ ਦੂਜਾ ਬਿਜਲੀ ਵਾਲਾ,
ਕਿਵੇਂ ਵੇਖਦੇ ਹੋ ਇਹਨੂੰ ਕਿ ਸਾਡੀ ਇਹ ਜਿੱਤ ਦਾ ਪਹਿਲਾ ਪੜਾਅ ਇਹ ਹੈਗਾ ਜਿਹੜਾ ਅਸੀਂ ਬਿੱਲ ਹੈਗੇ? ਆ ਪਤਾ ਹੈ ਜੀ, ਆਸ਼ਵਾਸਨ ਹੈਗੇ, ਆ ਮੁੱਦੇ ਹੀ ਕੁਛ ਨਹੀਂਗੇ। ਆ ਤਾਂ ਬਾਅਦ 'ਚ ਗੱਲ, ਆ ਪਹਿਲਾਂ ਵੀ ਹੋ ਸਕਦੀ ਹੈ, ਬਾਅਦ 'ਚ ਆ ਤਾਂ ਧਿਆਨ ਭਟਕਾਉਣ, ਕਿਸਾਨ ਦਾ ਧਿਆਨ ਹੋਰ ਪਾਸੇ ਲਿਜਾਣ ਦੀ ਕੋਸ਼ਿਸ਼ ਹੈਗੀ ਹੈ। ਮੇਨ ਜਦੋਂ 3 ਬਿੱਲ ਹੈਗੇ ਆ ਉਹਦੇ ਬਾਅਦ ਆ ਗੱਲਾਂ ਤਾਂ ਬਾਅਦ 'ਚ ਹੀ ਹੋ ਸਕਦੀਆਂ। ਪਰਾਲੀਆਂ ਵਾਲਾ ਤਾਂ ਬਹੁਤ ਪਹਿਲਾਂ ਦਾ ਚੱਲੀ ਜਾਂਦਾ, ਉਹਦਾ ਤਾਂ ਜਿੱਥੋਂ ਤਾਈਂ ਆਪਾਂ ਕਹਿ ਸਕਦੇ ਹਾਂ ਕੋਈ ਸੋਲੂਸ਼ਨ ਵੀ ਲੱਭ ਲਿਆ, ਕਿਸਾਨਾਂ ਨੇ ਵੀ ਲੱਭ ਲਿਆ ਤੇ ਕੁਛ ਉਹ ਵਿਕਣ ਵੀ ਲੱਗੀ। ਉਹ ਤਾਂ ਚੀਜ਼ ਕੀ ਹੈ, ਉਹ ਬਿੱਲ 'ਚ ਨਹੀਂ ਹੈ ਆਪਾਂ ਕਹਿ ਸਕਦੇ, ਉਹ ਅੱਡ ਚੀਜ਼ ਹੈ। ਉਹ ਗੱਲ ਹੈਗੀ ਹੈ, ਆਪਾਂ ਉਹ ਬਾਅਦ 'ਚ ਮਤਲਬ ਉਹਦਾ ਸੋਲੂਸ਼ਨ ਹੋ ਸਕਦਾ ਹੈ ਤੇ ਕੁਛ ਹੱਦ ਤੱਕ ਉਹਦਾ ਸੋਲੂਸ਼ਨ ਹੋ ਵੀ ਗਿਆ। ਉਹ ਸੋਚਦੇ ਆ ਵੀ ਆਪਾਂ ਕਿਸਾਨ ਦਾ ਧਿਆਨ ਭਟਕਾਈਏ, ਇਹਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ। ਕਦੇ ਕੁਛ ਕਹਿੰਦੇ ਆ, ਕਦੇ ਕੁਛ ਕਹਿੰਦੇ ਆ। ਬਿੱਲਾਂ ਦੀ ਤਾਂ ਗੱਲ ਹੀ ਨਹੀਂ ਹੋ ਰਹੀ ਕਿਤੇ ਹੀ, ਗੱਲਾਂ ਹੈਗੀ ਜੀ। ਬਾਈ ਜੀ ਤੁਸੀਂ ਇਹ ਜਿਹੜੇ 2 ਬਿੱਲ ਵਾਪਸ ਲਏ ਨੇ, ਹਾਲਾਂਕਿ ਇਹ 3 ਬਿੱਲਾਂ ਦੇ ਨਾਲ ਨਹੀਂ, ਪਰ ਤਕਰੀਬਨ ਜਿਹੜੇ ਸਰਕਾਰ ਨੇ ਬਿੱਲ ਪਾਸ ਕੀਤੇ ਉਹ 20 ਬਿੱਲ ਨੇ। ਉਹ 20 ਬਿੱਲਾਂ ਦੇ ਵਿੱਚੋਂ 3 ਬਿੱਲ ਜਿਨ੍ਹਾਂ ਦਾ ਅਸੀਂ ਬਾਈਕਾਟ ਕਰ ਰਹੇ ਹਾਂ, ਪਰ ਜਿਹੜੇ 20 ਦੇ 20 ਬਿੱਲ ਨੇ ਉਹ ਸਾਰੇ ਮਾਰੂ ਨੇ। ਉਹਨਾਂ ਦੇ ਵਿੱਚੋਂ 2 ਸਰਕਾਰ ਪੱਠਾ ਲੈਣ ਦੀ ਗੱਲ ਕਰ ਰਹੀ ਹੈ, ਕੀ ਕਹੋਗੇ ਇਹਦੇ ਬਾਰੇ? ਦੇਖੋ ਜੀ, 2 ਬਿੱਲ ਜਿਹੜੇ ਹੈਗੇ ਆ, ਜਿਵੇਂ ਤੁਸੀਂ ਦੱਸ ਚੁੱਕੇ ਹੋ, ਇੱਕ ਬਿਜਲੀ ਵਾਲਾ ਤੇ ਇੱਕ ਪਰਾਲੀ ਵਾਲਾ। ਇਹ 2 ਬਿੱਲ ਜਿਹੜੇ ਹੈਗੇ 2020 ਦੇ ਮਤੇ ਦੇ ਵਿੱਚ ਹੀ ਜਿਹੜੇ ਕੱਢੇ ਗਏ ਸੀ, ਇਹ ਵੀ ਨਵੇਂ ਆਏ ਆ ਬਿੱਲ। ਤੇ ਇਹਨਾਂ ਨੇ ਹੁਣ ਆਪਾਂ ਨੂੰ ਗੱਲ ਰੱਖ ਕੇ ਵੀ ਅਸੀਂ ਇਹ ਰੱਦ ਕਰ ਰਹੇ ਹਾਂ। ਇਹ ਇਹਨਾਂ ਦੇ ਰੱਦ ਕਰਨ ਦਾ ਇੱਕੋ ਇੱਕ ਤਰੀਕਾ ਹੈ ਕਿ ਸਰਕਾਰਾਂ ਨੂੰ ਆਪਦੇ ਆਸ਼ਵਾਸਨ 'ਚ ਲੈਣ, ਸਰਕਾਰਾਂ ਨੂੰ ਆਪਦੀ ਐਂ ਕਰਨ ਵੀ ਹਾਂ ਵੀ ਅਸੀਂ ਤੁਹਾਡਾ ਕੁਛ ਨਾ ਕੁਛ ਕਰ ਰਹੇ ਹਾਂ, ਠੀਕ ਹੈ, ਸਾਨੂੰ ਸਪੋਰਟ ਕਰੋ, ਤੁਸੀਂ ਸੋਧਾਂ ਵਾਸਤੇ ਮੰਨੋ। ਪਰ ਸਾਡਾ ਇਹੀ ਕਹਿਣਾ ਹੈਗਾ ਕਿ ਸੋਧਾਂ ਕੋਈ ਮਨਜ਼ੂਰ ਨਹੀਂ। ਵੀ ਅਸੀਂ ਸ਼ੁਰੂ ਤੋਂ ਕਹਿੰਦੇ ਆਏ ਆ ਵੀ ਸਿਰੇ ਤੋਂ ਖਾਰਜ ਅਸੀਂ ਚਾਹੁੰਦੇ ਆ ਇਹ ਬਿੱਲਾਂ ਦਾ ਹੋਣਾ, ਕਿਉਂਕਿ ਬਾਕੀ ਜਿਹੜੀਆਂ 2 ਗੱਲਾਂ ਮੇਨ ਉੱਥੇ ਖੜੀਆਂ, ਇੱਕ ਤਾਂ ਬਿੱਲਾਂ ਦਾ ਖਾਰਜ ਕਰਨਾ ਤੇ ਇੱਕ MSP ਨੂੰ ਕਾਨੂੰਨੀ ਤੌਰ ਤੇ ਲਾਗੂ ਕਰਾਉਣਾ। ਇਹ 2 ਚੀਜ਼ਾਂ ਉੱਥੇ ਖੜੀਆਂ। ਜਿਹੜੀਆਂ ਗੱਲਾਂ ਮਤਲਬ ਇੰਨੀਆਂ ਆਪਾਂ ਕਹਿ ਸਕਦੇ ਇੰਪੋਰਟੈਂਟ ਨਹੀਂ ਸੀਗੀਆਂ, ਉਹਨਾਂ ਨੇ ਰੱਦ ਕਰਤੀਆਂ। ਹੁਣ ਆਪਣੇ ਹੀ ਜਿਹੜੇ ਅਹੁਦੇਦਾਰ ਨੇ, ਆਪਣੇ ਜਿਹੜੇ ਮੋਢੀ ਨੇ, ਹੈੱਡ ਨੇ ਜਿਹੜੇ ਆਰਗੇਨਾਈਜੇਸ਼ਨ ਦੇ, ਉਹ ਕਹਿ ਰਹੇ ਆ ਕਿ ਸਰਕਾਰ ਬਹੁਤ ਪੋਜ਼ਿਟਿਵ ਹੈ, ਸਰਕਾਰ ਆਪਣੇ ਨਾਲ ਵਧੀਆ ਗੱਲ ਕਰ ਰਹੀ ਹੈ, ਹੱਸ ਕੇ ਗੱਲ ਕਰ ਰਹੀ ਹੈ। ਆਪਾਂ ਜੇ ਉਹ ਪਿੱਛੇ 2 ਕਦਮ ਕਰਦੇ ਆ, ਆਪਾਂ ਨੂੰ 2 ਕਦਮ ਪਿੱਛੇ ਹੋ ਜਾਣੇ ਚਾਹੀਦੇ ਆ। ਪਰ ਨਹੀਂ, ਅਸੀਂ ਇਹਦੇ ਬਿਲਕੁਲ ਉਲਟਾ। ਅਸੀਂ ਕਹਿੰਦੇ ਆ ਵੀ ਜਿਹੜਾ ਹੁਣ ਆਪਾਂ ਪਕੜ ਬਣਾਈ ਹੋਈ ਹੈ, ਜਿਹੜੀ ਆਪਾਂ ਫਤਿਹ ਕਰਨ ਦੇ ਵੱਲ ਵਧੇ ਹੋਏ ਆ, ਵੀ ਪਿੱਛੇ ਕਿਉਂ ਹਟਣਾ ਆਪਾਂ ਨੂੰ, ਉਹ ਆਪਾਂ ਉਹਨੂੰ ਖਿੱਚ ਕੇ ਰੱਖੀਏ ਕੰਮ ਨੂੰ। ਜਿਵੇਂ ਤੁਹਾਨੂੰ ਪਤਾ ਟਰੈਕਟਰ ਰੈਲੀ ਜਿਹੜੀ 30 ਤਰੀਕ ਦੀ ਸੀਗੀ, 30 ਨੂੰ ਮੀਟਿੰਗ ਸੀਗੀ, ਤਾਂ ਉਹ 31 ਨੂੰ ਕੀਤੀ ਗਈ। ਅੱਜ 31 ਹੈ ਤਾਂ ਸਰਕਾਰ ਨੇ ਇਹੀ ਠੰਡੇ ਹੋ ਕੇ ਥੋੜ੍ਹਾ ਜਿਹਾ ਪੋਲੇ ਹੋ ਕੇ ਉਹਨਾਂ ਦੀਆਂ ਮਿੱਠੀਆਂ ਗੱਲਾਂ ਸੁਣ ਕੇ ਤੇ ਇਹ ਜਿਹੜੀ ਟਰੈਕਟਰ ਰੈਲੀ ਜਿਹੜੀ ਹੈਗੀ ਇਹ ਰੱਦ ਕਰ ਦਿੱਤੀ ਹੈ, ਠੀਕ ਹੈ। ਜਿਹੜੀ ਦਾ ਅਸੀਂ ਮਤਲਬ ਕਿ ਸਮਰਥਨ ਨਹੀਂ ਕਰਦੇ, ਜਿਹੜਾ ਇਹ ਉਹਨਾਂ ਦਾ ਬਿਆਨ ਸੀਗਾ ਉਹਦਾ ਸਮਰਥਨ ਨਹੀਂ ਕਰ ਰਹੇ। ਕਿੱਥੇ ਆਪਾਂ ਕੰਮ ਖਿੱਚ ਕੇ ਰੱਖਣਾ ਸੀਗਾ, ਜਿਹੜੀਆਂ ਮੇਨ ਗੱਲਾਂ ਹੈਗੀਆਂ ਉਹ ਉੱਥੇ ਹੀ ਖੜੀਆਂ ਨੇ। ਇੱਕ ਬਿੱਲ ਰੱਦ ਕਰਨ ਵਾਲੀਆਂ ਤੇ ਇੱਕ MSP ਨੂੰ ਕਾਨੂੰਨੀ ਦਾਇਰੇ ਦੇ ਵਿੱਚ ਲੈ ਕੇ ਆਉਣਾ। ਤੇ ਫਿਰ ਉਹਦਾ ਤਾਂ ਅਸੀਂ ਬਣਿਆ ਹੀ ਕੁਛ ਨਹੀਂਗਾ। ਇਹ ਹੁਣ ਆਪਣੇ ਜਿਹੜੇ ਮੇਨ ਹੈੱਡ ਹੈਗੇ ਨੇ ਜਥੇਬੰਦੀਆਂ ਦੇ, ਉਹ ਕਹਿ ਰਹੇ ਆ ਵੀ ਆਪਾਂ 4 ਤਰੀਕ ਨੂੰ, ਮਤਲਬ ਉਹ ਕਹਿ ਰਹੇ ਵੀ 4 ਤਰੀਕ ਨੂੰ ਆਪਣੀਆਂ ਇਹਨਾਂ ਦੋਨਾਂ ਬਿੱਲਾਂ ਦੇ ਉੱਪਰ ਹੀ ਡਿਬੇਟ ਹੋਣੀ ਹੈ, ਦੋਨਾਂ ਬਿੱਲਾਂ ਦੇ ਉੱਪਰ ਹੀ ਗੱਲ ਹੋਣੀ ਹੈ। ਤੁਸੀਂ ਦੇਖੋ ਵੀ ਮਹੀਨਾ 6 ਤਰੀਕ ਨੂੰ ਮਤਲਬ ਪਹਿਲੀ ਮੀਟਿੰਗ ਹੋਈ ਸੀਗੀ, ਉਸ ਤੋਂ ਬਾਅਦ ਉੱਥੇ ਵੀ ਮਤਲਬ ਇਹੀ ਗੱਲ ਹੋਈ ਸੀ, ਕਹਿੰਦੇ ਕੋਈ ਗੱਲ ਨਹੀਂ ਕਰਨੀ, ਤੁਹਾਨੂੰ ਸਮਝਾਵਾਂਗੇ। ਮਤਲਬ ਹਜੇ ਉਹ ਆਪਣੇ ਦੋਨੇ ਬਿੱਲਾਂ ਤੇ ਮੇਨ ਜਿਹੜੇ ਬਿੱਲ ਹੈ ਉਹਨਾਂ ਤੇ ਤਾਂ ਆਏ ਹੀ ਨਹੀਂ ਹਜੇ ਉਹ 4 ਤਰੀਕ ਨੂੰ ਹੋਣਗੇ ਉਹਨਾਂ ਤੇ, 4 ਤਰੀਕ ਨੂੰ ਉਹਨਾਂ ਤੇ ਗੱਲ ਕਰਨਗੇ ਉਹ। ਹਾਲਾਂਕਿ ਆਪਾਂ ਕਿਹਾ ਗੱਲ ਨਹੀਂ ਕਰਨੀ, ਅਸੀਂ ਇਹਨੂੰ ਖਾਰਜ ਕਰਨਾ ਹੈ, ਸਾਡੀ ਤਾਂ ਲਕੀਰ ਵੱਜੀ ਹੋਈ ਹੈ, ਤੁਸੀਂ ਮਾਰ ਲਓ, ਤੁਹਾਨੂੰ ਕੁਝ ਸਮਝ ਨਹੀਂ ਆਉਂਦਾ ਅਸੀਂ ਸਮਝਾ ਦਿੰਦੇ ਹਾਂ। ਤੇ ਉਹ ਆਪਾਂ ਨੂੰ ਸਮਝਾਉਣ ਨੂੰ ਫਿਰਦੇ ਆ। ਤਾਂ ਕਰਕੇ ਗੱਲ ਇਹ ਹੈ ਵੀ ਹਜੇ ਕੁਝ ਵੀ ਨਹੀਂ ਨਿਬੜਿਆ। ਜੇ ਆਪਾਂ ਐਂ ਕਹੀਏ, ਕਿਉਂਕਿ ਕਾਫੀ ਖਬਰਾਂ ਵਾਲੇ ਹੈਗੇ ਆ ਜਿਹੜੇ ਐਂ ਪੇਸ਼ ਕਰ ਰਹੇ ਆ ਵੀ 50% ਜਿੱਤ ਹੋ ਗਈ ਆਪਣੀ, 4 ਮੰਗਾਂ ਸੀਗੀਆਂ ਮੇਨ ਵੱਡੀਆਂ, 2 ਵਾਪਸ ਹੋ ਗਈਆਂ, 2 ਰਹਿ ਗਈਆਂ, ਜਿੱਤ ਗਏ 50। ਨਹੀਂ, ਆਪਾਂ ਨੂੰ ਢਰਮੇ ਨਾਲ ਕੰਮ ਲੈਣਾ ਚਾਹੀਦਾ, ਬੜੇ ਸਹਿਜਤਾ ਦੇ ਨਾਲ। ਹਜੇ ਜੰਗ ਬਹੁਤ ਲੰਮੀ ਆ, ਠੀਕ ਹੈ। ਜਿਵੇਂ ਆਪਾਂ ਖਿੱਚ ਕੇ ਰੱਖਾਂਗੇ ਕੰਮ ਆਪਣਾ, ਜਿੰਨਾ ਸੰਘਰਸ਼ ਤਿੱਖਾ ਰਹੂਗਾ। ਜਿਵੇਂ ਆ 2 ਮੰਗਾਂ ਮਿੰਟੋ ਮਿੰਟ ਇਹਨਾਂ ਨੇ ਵਾਪਸ ਕਰ ਲਈਆਂ, ਇਹ ਵਾਪਸ ਮਿੰਟੋ ਮਿੰਟ ਹੀ ਆਉਣ ਵਾਲੀਆਂ ਸੀਗੀਆਂ, ਕੋਈ ਇਹ ਔਖੀ ਗੱਲ ਵੀ ਨਹੀਂ ਸੀ। ਬਾਕੀ ਜਿਹੜੇ ਮੇਨ 2 ਬਿੱਲ ਹੈਗੇ ਆ, ਅਸੀਂ ਚਾਹੁੰਦੇ ਆ ਵੀ 4 ਤਰੀਕ ਨੂੰ, ਚਲੋ ਪਤਾ ਕੁਛ ਨਿਬੜਨਾ ਦਾ 4 ਤਰੀਕ ਨੂੰ ਹੈ ਨਹੀਂਗਾ, ਜਥੇਬੰਦੀਆਂ ਵੀ ਕਲੀਅਰ ਹੈ ਇਸ 'ਤੇ ਵੀ 4 ਨੂੰ ਕੁਛ ਨਹੀਂ ਨਿਬੜਨਾ। ਪਰ ਕੋਸ਼ਿਸ਼ ਕਰਾਂਗੇ ਥੋੜ੍ਹਾ ਸੰਘਰਸ਼ ਤਿੱਖਾ ਰੱਖੀਏ ਤਾਂ ਆਉਣ ਵਾਲੇ ਮਤਲਬ ਕਿ ਇਹ ਹਫ਼ਤੇ ਦੇ ਵਿੱਚ ਜਾਂ 2 ਹਫ਼ਤਿਆਂ ਦੇ ਵਿੱਚ ਕੁਛ ਵਧੀਆ ਜਿਹੜੀ ਜਿੱਤ ਹੈਗੀ ਆਪਾਂ ਲੈ ਸਕੀਏ। ਤੇ ਨਵਾਂ ਸਾਲ ਜਿਹੜਾ ਕੱਲ੍ਹ ਤੋਂ ਚੜ੍ਹ ਰਿਹਾ ਹੈ, ਤੇ ਆਪਾਂ ਜਦੋਂ ਆਪਣੀ ਜਿੱਤ ਹੋਵੇ ਆਪਾਂ ਉਦੋਂ ਨਵਾਂ ਸਾਲ ਉਸ ਨੂੰ ਆਪਾਂ ਕਹਿ ਸਕੀਏ ਨਵਾਂ ਸਾਲ ਆਪਣੇ ਵਾਸਤੇ ਹੈਗਾ ਇਹ। ਪਰ ਫਿਲਹਾਲ ਤੁਸੀਂ ਦੇਖ ਰਹੇ ਹੋ ਆਹ ਹਾਲ, ਜਿਹੜੇ ਆਪਣੇ ਕਿਸਾਨ ਆਮ ਸਾਰੇ ਪਰਿਵਾਰਾਂ ਦੇ, ਕਿਸਾਨ ਪਰਿਵਾਰਾਂ ਦੇ ਬੰਦੇ ਇੱਥੇ ਬੈਠੇ ਨੇ। ਤੇ ਇਸ ਤਰ੍ਹਾਂ ਹੀ ਇਹ ਜਿਹੜਾ ਧਰਨਾ ਹੈਗਾ ਇਹ ਜਾਰੀ ਰਹੂਗਾ ਜਦੋਂ ਤੱਕ ਵੀ ਮਤਲਬ ਅੱਗੇ ਲੋੜ ਪਊਗੀ। ਬਾਈ ਜੀ ਤੁਹਾਡਾ ਕੀ ਨਾਮ ਹੈ, ਕਿੱਥੋਂ ਦੇ ਰਹਿਣ ਵਾਲੇ? मेरा नाम राहुल बिश्नोई है, अबूसर गांव से रहने वाला हूँ मैं। ਬਾਈ ਜੀ ਜਿਹੜੇ 20 ਬਿੱਲ ਸਰਕਾਰ ਨੇ ਪਾਸ ਕੀਤੇ ਸੀਗੇ,
ਜਿਨ੍ਹਾਂ ਦੇ ਵਿੱਚ ਕੁਝ ਲੇਬਰ ਕਲਾਸ ਦੇ ਬਿੱਲ ਵੀ ਨੇ। ਤੁਹਾਨੂੰ ਜਿਹੜਾ ਇਹ ਸੰਘਰਸ਼ ਹੈ, ਵੈਸੇ ਕਿਸਾਨ ਮਜ਼ਦੂਰ ਸੰਘਰਸ਼ ਹੈ, ਕਿ ਇੱਥੇ ਵੀ ਤੁਹਾਨੂੰ ਡੱਬ ਵਾਲੀ ਦੇ ਵਿੱਚ ਮਜ਼ਦੂਰਾਂ ਦਾ ਜਿਹੜਾ ਪੂਰਾ ਸਾਥ ਮਿਲ ਰਿਹਾ? जी बिल्कुल मिल रहा है, मजदूरों का सभी किसानों भाइयों का साथ मिल रहा है। सभी ने अपने गुट बनाए हुए हैं। कुछ किसान हमारे टोल प्लाजा पे हैं, कुछ किसान अपने गांवों में ही बैठे हैं धरने लगा के, पीसफुली प्रदर्शन कर रहे हैं। ठीक है, वो किसी प्रकार के हुड़दंग नहीं मचा रहे हैं। एक जगह इकट्ठा होने के बजाय अलग अलग टुकड़ियों में वर्क कर रही है हमारे यहाँ पे। डवाली के सारे किसान भाई, सारे मजदूर भाई हर जगह प्रोटेस्ट कर रहे हैं। आप किसी भी गांव में चले जाओ, सभी गांव में आपको धरना मिलेगा। सभी किसान मजदूर मिल के काम कर रहे हैं इस पे। ਬਾਈ ਜੀ, ਇਹ ਜਿਹੜਾ ਤੁਹਾਡੇ ਧਰਨਾ ਲਾਇਆ ਹੋਇਆ ਹੈ, ਕਿੰਨੇ ਤਰੀਕ ਤੱਕ ਅੱਗੇ ਜਾਰੀ ਰਹੂਗਾ ਤੇ ਸੰਘਰਸ਼ ਨੂੰ ਜਿਹੜਾ ਨਵਾਂ ਰੂਪ ਕੀ ਦਿਓਗੇ? फिलहाल हमें ये हमारे जो ऊपर जत्थेबंदियां हैं जो किसान आगू करे हैं, उनका आदेश हमें 4 तारीख तक का है। तब तक हम पीसफुली ये धरना प्रदर्शन करेंगे। उसके बाद जो भी आगे आदेश आएगा हमारी जत्थेबंदियों का, उसी हिसाब से हम आगे का डिसीजन लेंगे। ਤੁਸੀਂ ਇੱਥੇ ਬੈਠੇ ਹੋ ਕਿ ਤੁਹਾਨੂੰ ਉਠਾਉਣ ਦੇ ਵਾਸਤੇ ਸਰਕਾਰ ਵੱਲੋਂ ਜਾਂ ਪੁਲਿਸ ਵੱਲੋਂ ਕੋਈ ਪ੍ਰੋਪੇਗੈਂਡਾ ਵੀ ਕੀਤਾ ਗਿਆ ਜਾਂ नहीं? हाले तक कोई नहीं। नहीं, अभी कोई भी प्रोपेगेंडा नहीं किया गया। ठीक है, पीसफुली हम बैठे हैं। हम किसी का ना हमने ट्रेंड्स बंद करवाया, ना इजी डे बंद करवाया। हमने पीसफुली सिर्फ सबको बाइकाट करने के लिए संदेश दे रहे हैं। उसी के लिए हम सभी भाई, किसान भाई, मजदूर भाई सब इकट्ठा हो रखे हैं। ठीक है, ये हमारे भाई जो भी लगे हुए हैं, ये हमारी प्रॉब्लम समझ रहे हैं, इसलिए ये खुद बंद करके गए हैं। ठीक है, ट्रेंड्स वाले, इजी डे वाले, जियो वाले सब हमारा साथ दे रहे हैं, क्योंकि ये हमारे भाई बंधु हैं। हम सिर्फ पीसफुली लोगों को एक प्रेरित कर रहे हैं कि आप इनका बाइकाट कीजिए, जियो का बाइकाट करिए। जियो का बाइकाट इसलिए करने के लिए कह रहे हैं, जैसे जियो ने फ्री पहले सिम में चला के लोगों को अपने जाल में फंसाया था, उसके बाद अब आप देखोगे रिचार्ज कोई 400 से कम रिचार्ज नहीं है मंथली। ठीक है, 2-2 GB डाटा और है, सबको ठगने का काम कर रहे हैं। उसी प्रकार सरकार ने 2-2 हज़ार रुपये बांट कर किसानों को एक बार अपने चंगुल में फंसाने का काम करके ये बिल पास कर दिया संसद में और में, लोगों को आगे नहीं आने दिया। अब लोगों को जब समझ आई है इन बिलों से क्या नुकसान हो रहा है, इसलिए सभी किसान भाई ये हम 26 तारीख से 26 नवंबर से धरने पे बैठे हैं। दिल्ली के लिए कूच करे हुए हैं हम। सारे हरियाणा, पंजाब, राजस्थान सभी किसान भाई एकजुट हो रखे हैं। ਸੋ ਦੋਸਤੋ, ਜਿਹੜੇ ਕਿਸਾਨ ਵੀਰ ਨੇ, ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਸਰਕਾਰ ਹੈ ਉਹ ਪ੍ਰੋਪੇਗੈਂਡੇ ਕਰ ਰਹੀ ਹੈ। ਜਿਹੜੇ ਬਿੱਲ ਵਾਪਸ ਲੈਣ ਦੀ ਗੱਲ ਕੀਤੀ ਉਹ ਵੀ ਇਹਨਾਂ ਦਾ ਇੱਕ ਪ੍ਰੋਪੇਗੈਂਡਾ ਹੈ, ਪਰ ਇਹ ਇਸ ਚੀਜ਼ ਨੂੰ ਨਹੀਂ ਮੰਨਦੇ। ਸੋ ਇਹ ਵੀਰ ਇੱਥੇ ਲਗਾਤਾਰ 4 ਤਰੀਕ ਤੱਕ ਦਾ ਹਲੇ ਇਹਨਾਂ ਨੂੰ ਆਦੇਸ਼ ਹੈ। 4 ਤਰੀਕ ਤੱਕ ਇਹ ਡਟੇ ਹੋਏ ਨੇ। ਉਦੋਂ ਬਾਅਦ ਵੀ ਜੇ ਇਹਨਾਂ ਦਾ ਕੋਈ ਅੱਗੋਂ ਆਦੇਸ਼ ਆਉਂਦਾ ਤਾਂ ਇਹ ਉਸ ਨੂੰ ਮੰਨਣਗੇ। ਸੋ ਕੈਮਰਾਮੈਨ ਮਨਪ੍ਰੀਤ ਸਿੰਘ ਦੇ ਨਾਲ ਬਲਕੰਤ ਸਿੰਘ, ਡੱਬ ਵਾਲੀ।